ਕਿ ਢਾਊ ਜਿਹੜਾ ਨਾ ਢਾਊ ਇਹ ਜਿਸਲੇ ਸਲੀਮੇ ਹੰਜ ਤੋਂ ਬਰਤਾਨੀਆਂ ਦੇ ਦੌਰ 'ਚ ਰੁੜ ਕੇ ਆਏ ਨੇ ਤੇ ਉਸ ਜਗ੍ਹਾ ਤੇ ਮੌਜੂਦ ਆ ਤਰੀਹੀ ਜਗ੍ਹਾ ਤੇ ਕਿੱਥੇ ਹੋਣ ਬਾਅਦ ਨੇ ਉਹ ਵੀ ਤੁਹਾਨੂੰ ਜਗ੍ਹਾ ਦੱਸਾਂਗੇ। ਨਹੀਂ ਗੱਲ ਤੇ ਤੁਸੀਂ ਮੈਨੂੰ ਕੋਈ ਮਸਜਿਦ ਦੱਸਦੇ ਪਏ ਸੋ ਇਹ ਮਸਜਿਦ ਸਾਹਮਣੇ ਇਹ ਮਸਜਿਦ ਇਹ ਦੀ ਪੁਰਾਣੀ ਨਿਸ਼ਾਨੀ ਹੈ ਇਹ ਇੱਥੇ ਮਸਜਿਦ ਹੀ। ਅੱਛਾ ਤੇ ਇਸ ਵੇਲੇ ਅਸੀਂ ਨਾ ਪੁਰਾਣਾ ਜਿਹੜਾ ਹੈ ਨਾ ਕਹਿ ਲਓ ਢਾਊ ਜਿਹੜਾ ਹੈ ਨਾ ਸਲੀਮੇ ਹੰਜ ਤੋਂ ਨਾ ਰੁੜ ਕੇ ਆਏ ਨੇ ਉਸ ਜਗ੍ਹਾ ਨੂੰ ਵਹਾਨੇ ਪਏ ਆ ਤੇ ਨਾਲ ਜਿਹੜਾ ਨਾ ਮਿਆਣਾ ਚੱਕ ਕੇ ਤੇ ਇਹਦੇ ਪਰਲੇ ਪਾਸੇ ਬਾਹਰ ਵਾਲੇ जी बिस्मिल्लाहिर्रहमानिर्रहीम मैं इस वक्त मौजूद हाँ साबका ढाऊ ते मोहसिल म्याना चक तहसील खारियां ज़िला गुजरात। ढाऊ जड़ा है ना ये तीसरी दफ़ा ना रुड़ के शिफ्ट होके इसलिए ना किस जगह ते मौजूद है ते पहले ढाऊ कित्थे हुंदा सी बरतानिया दे दौर विच मेरी मालूमात दे मुताबक ढाऊ म्याना चक जड़ा ना सलीमा हंज तहसील खारियां ज़िला गुजरात तो रुड़ के ये इत्थे हुण जिथे जिस जगह ते मौजूद ने आबाद ने आओ दे मुतलक गलबात करने इस इलाके दे साडे बजुर्ग चौधरी मोहम्मद अशरफ नंबरदार ਜਿਹੜੇ ਕਿ ਤਾਰੀਖੀ ਸ਼ਜਰੇ ਦੇ ਮੁਤਾਬਕ ਰਕਬੇ ਦੇ ਲਿਹਾਜ਼ ਨਾਲ ਤਾਰੀਖੀ ਲਿਹਾਜ਼ ਨਾਲ ਸਾਰੀ ਮਾਲੂਮਾਤ ਰੱਖਦੇ ਨੇ ਗੱਲਬਾਤ ਰੱਖਦੇ ਨੇ ਤੇ ਇਹਨਾਂ ਬਜ਼ੁਰਗਾਂ ਨਾਲ ਵੀ ਗੱਲਬਾਤ ਕਰਨੇ ਆ ਕਿ ਕਿੰਜ ਢਾਊ ਜਿਹੜਾ ਨਾ ਪਿਛਲੇ ਵਕਤਾਂ 'ਚ ਰੁੜ ਕੇ ਤੇ ਹੁਣ ਬਾਹਰਵਾਲ ਦੇ ਤੇ ਮੈਨਾ ਚੱਕ ਦੇ ਨੇੜੇ ਕਿੱਥੇ ਆਬਾਦ ਹੈ ਤੇ ਉਹਦੇ ਨਾਲ ਚੌਧਰੀ ਮੁਹੰਮਦ ਇਕਬਾਲ ਸਾਹਿਬ ਮਾਸਟਰ ਮੁਹੰਮਦ ਇਕਬਾਲ ਸਾਹਿਬ ਮਾਰੂਫ ਵਾਲੀਬਾਲ ਪਲੇਅਰ ਨੇ ਸਿਆਸੀ ਸਮਾਜੀ ਸ਼ਖਸੀਅਤ ਨੇ ਤੇ ਆਓ ਇਹਨਾਂ ਬਜ਼ੁਰਗਾਂ ਦੇ ਨਾਲ ਵਡੇਰਿਆਂ ਦੇ ਨਾਲ ਗੱਲਬਾਤ ਕਰਨੇ ਆ ਤਾਰੀਖੀ ਗੱਲਾਂ ਤੇ ਮਾਲੂਮਾਤੀ ਗੱਲਾਂ ਤੇ ਇਨਸ਼ਾਅੱਲਾ ਤੁਹਾਨੂੰ ਬੜੀ ਇਹਦੇ ਚ ਮਾਲੂਮਾਤ ਮਿਲੇਗੀ। अस्सलाम वालेकुम जी नंबरदार साहब वालेकुम सलाम की हाल जी ठीक ठाक हो माशाअल्लाह जी चौधरी अशरफ नंबरदार साहब माशाअल्लाह ते मास्टर मोहम्मद इकबाल साहब की हाल ने अल्हम्दुलिल्लाह शुक्र ਤੁਹਾਡੇ ਦੋਵਾਂ ਬਜ਼ੁਰਗਾਂ ਦਾ ਜੀ ਬੜੀ ਮਿਹਰਬਾਨੀ ਮੇਰੇ ਚੈਨਲ ਵਾਸਤੇ ਟਾਈਮ ਦੇਣ ਵਾਸਤੇ। ਚਲੋ ਤੁਹਾਡਾ ਵੀ ਸ਼ੁਕਰੀਆ ਜੀ। ਅਸੀਂ ਤੁਹਾਡਾ ਸ਼ੁਕਰੀਆ ਅਦਾ ਕਰਨਾ। ਹਾਂ ਜੀ ਬਿਲਕੁਲ ਇਹ ਅਸੀਂ ਮਾਲੂਮਾਤੀ ਵੀਡੀਓ ਬਣਾ ਰਹੇ ਆ ਤੇ ਬਜ਼ੁਰਗੋ ਇਹ ਦੱਸੋ ਕਿ ਕਿਹੜੇ ਸਨ ਦੀ ਗੱਲ ਹੈ ਕਿਹੜੇ ਦੌਰ ਦੀ ਗੱਲ ਹੈ ਤੁਸੀਂ ਜਿਹੜਾ ਨਾ ਉੱਥੋਂ ਰੁੜ ਕੇ ਇੱਥੇ ਆਏ ਤੇ ਜਿੱਥੇ ਖਲੋਤੇ ਆ ਕਿਹੜਾ ਰਕਬਾ ਕਿਹੜੀ ਹੈ? ਗੁਜ਼ਾਰਿਸ਼ ਹੈ ਜੀ ਕਿ ਜਿੱਥੋਂ ਅਸੀਂ ਰੁੜੇ ਪਹਿਲਾ ਢਾਊ ਜਿਹੜਾ ਸਾਡਾ ਜੀ ਉਹ ਅੰਗਰੇਜ਼ਾਂ ਦੇ ਦੌਰ 'ਚ ਰੁੜਿਆ ਸੀ ਅੰਗਰੇਜ਼ਾਂ ਦਾ ਸਨ 33-34 ਦੀ ਪਹਿਲਾ ਰੁੜਿਆ ਸਾਨੂੰ ਇਸ ਤਾਰੀਖ ਸਾਡੇ ਉਸ ਮਾਲੂਮ ਨਹੀਂ ਜੀ ਠੀਕ ਹੈ ਅਸੀਂ ਰੁੜ ਕੇ ਜਿੱਥੇ ਹੁਣ ਅਸੀਂ ਮੌਜੂਦਾ ਖਲੋਤੇ ਆ ਹਾਂ ਅਸੀਂ ਇੱਥੇ ਆਣ ਕੇ ਆਬਾਦ ਹੋਏ ਸੀ ਜੀ ਠੀਕ ਹੈ ਇੱਥੋਂ ਜਿਸ ਵਕਤ ਅਸੀਂ ਰੁੜਿਆ ਸੀ 24 ਜੁਲਾਈ ਸਨ 1969 ਵਿੱਚ। ਅੱਛਾ 24 ਜੁਲਾਈ ਸਨ 1969 ਵਿੱਚ ਠੀਕ ਹੈ। ਉਸ ਵਕਤ ਮਤਲਬ ਕਿ ਜਿਹੜਾ ਆਪਣਾ ਪਾਣੀ ਜਿਹੜਾ ਸੀ ਉਸਨੇ ਮੰਡੀ ਨੂੰ ਵੀ ਸਲਾਮ ਕੀਤਾ ਸੀ ਲਾਲਾ ਮੂਸਾ ਮੰਡੀ 'ਚ ਵੜਿਆ ਹਾ। ਅੱਛਾ ਉਸ ਲਈ ਬੜਾ ਨੁਕਸਾਨ ਹੋਇਆ ਹਾ। ਬੜਾ ਨੁਕਸਾਨ ਹੋਇਆ। ਅੱਛਾ ਉਹ ਤੁਸੀਂ ਵੇਖਿਆ ਜੇ ਉਸ ਆਪਣੀ ਅੱਖਾਂ ਨਾਲ ਮੈਂ 8-9 ਦਾ ਤਾਲਿਬ ਇਲਮ ਸਾਂ। ਅੱਛਾ ਇੱਥੋਂ ਰੁੜ ਕੇ ਅਸੀਂ ਰਕਬਾ ਬਾਹਰ ਵੀ ਜਾ ਕੇ ਮਤਲਬ ਆਬਾਦ ਹੋਏ ਆ। ਹੁਣ ਤੁਸੀਂ ਬਾਹਰ ਸਾਨੂੰ ਸੈਂਟਰ ਗਵਰਨਮੈਂਟ ਆਪਣਾ ਗੁਜਰਾਤ ਨੇ ਸਾਨੂੰ ਅਲਾਟ ਕੀਤਾ ਸੀ 10 ਮਰਲੇ ਘਰ। ਜੀ ਉਹ ਰਕਬਾ ਤਕਰੀਬਨ 60 ਘਰ ਉੱਥੇ ਆਬਾਦ ਹੋਏ। ਅੱਛਾ ਐਸ ਕੋ ਸਾਡੇ ਕੋਲ 60 ਪਲਾਟ 60 ਵਿੱਚ ਅਸੀਂ ਆਬਾਦੀ ਕਰ ਰਹੇ ਹਾਂ। ਤੁਹਾਡੇ ਕੋਲੇ ਸਾਰਾ ਰਿਕਾਰਡ ਹੈ ਤੁਹਾਡੇ ਕੋਲੇ ਉਹ ਸ਼ਜਰਾ ਨਸਬ ਵੀ ਹੈ ਸ਼ਜਰਾ ਜਿਹੜਾ ਨਾ ਜਮਾ ਬੰਦੀਆਂ ਸਾਰੀਆਂ ਨੇ। ਅੱਛਾ ਮੈਂ ਦਿਖਾਣਾ ਚਾਹਾਂਗਾ ਬਜ਼ੁਰਗੋ ਕਿ ਇਹ ਸਲੀਮਾ ਹੰਜ ਜਿਹੜਾ ਨਾ ਮੇਰੇ ਕੈਮਰਾਮੈਨ ਵਹਾਵਨ ਇਹ ਸਾਹਮਣੇ ਮਾਸਟਰ ਜੀ ਇਹ ਸਾਹਮਣੇ ਜਿਹੜਾ ਇਹ ਹਾਂਜੀ ਉਹ ਸਾਹਮਣੇ ਸਲੀਮ ਹੈ। ਅੱਛਾ ਇੱਥੇ ਤੁਹਾਡਾ ਨਾ ਪਹਿਲੇ ਵਾਰ ਤੁਸੀਂ ਉੱਥੋਂ ਨਾ ਬਾਅਦ ਹੋਥੋਂ ਆਏ ਵੱਢ ਕੇ ਉੱਥੋਂ ਆਏ ਵੱਢ ਕੇ ਆਏ ਨੇ। ਅੱਛਾ ਵੜਕਿਆਂ ਦੇ ਮਾਸਟਰ ਜੀ ਕੋਈ ਨਾਂ ਦੱਸੋ ਕੋਈ ਯਾਦ ਨੇ ਜਿਹੜੇ ਤੁਹਾਨੂੰ? ਸਾਡੇ ਜਿਹੜੇ ਵਟਕੇ ਆਏ ਨਾ ਪਹਿਲਾਂ ਜਿਹੜੇ ਆਬਾਦ ਇੱਥੇ ਆਣ ਕੇ ਉਹ ਜਿਹੜੇ ਗਵਰਨਮੈਂਟ ਨੇ ਬਰਤਾਨੀਆ ਨੇ ਆਬਾਦ ਕੀਤਾ ਜਿਸ ਵਕਤ ਮਤਲਬ ਅਲਾਟਮੈਂਟ ਹੋਈ ਹੈ ਉਸ ਵਕਤ ਪਟਵਾਰੀ ਵੀ ਖੱਤਰੀ ਹੁੰਦੇ ਸਨ ਤਹਿਸੀਲਦਾਰ ਵੀ ਖੱਤਰੀ ਹੁੰਦੇ ਸਨ। ਅੱਛਾ ਤੇ ਮੇਰਾ ਉਸ ਵਕਤ ਜਿਹੜਾ ਪਟਵਾਰੀ ਸੀ ਉਹ ਕੁੰਦਰ ਰਾਮ ਪਟਵਾਰੀ ਸੀ। ਹੈ ਕੁੰਦਰ ਰਾਮ ਪਟਵਾਰੀ ਸੀ। ਅੱਛਾ ਕੁੰਦਰ ਰਾਮ ਪਟਵਾਰੀ ਸੀ ਜਿੱਦੇ ਦਸਖਤ ਸਾਡੇ ਕੋਲ ਮੌਜੂਦ ਨੇ। ਉਹਨੇ ਮਤਲਬ ਇਸ ਜਮਾਬੰਦੀ ਉੱਤੇ ਦਸਖਤ ਕੀਤੇ ਨੇ ਉਹਨੇ ਸਾਡੀਆਂ ਪੱਤੀਆਂ ਬਣਾਈਆਂ ਜੀ ਠੀਕ ਹੈ। ਉਹਨੇ ਪੱਤੀਆਂ ਵਿੱਚ ਮਤਲਬ ਦੋ ਸਾਡੀਆਂ ਪੱਤੀਆਂ ਬੜੀ ਢਾਊ ਪੱਤੀ ਬੜੀ ਦੋ ਪੱਤੀਆਂ ਜਿਹੜੀਆਂ ਬਣੀਆਂ ਨੇ ਢਾਊ ਪੱਤੀ ਤੇ ਜਿਹੜਾ ਪਸਵਾਲ ਪੱਤੀ। ਆਓ ਥੋੜਾ ਜਿਹਾ ਹੋਰ ਅੱਗੇ ਹੋ ਕੇ ਅਸੀਂ ਇੱਥੇ ਮੌਜੂਦ ਆ ਜਿਹੜੇ ਤੁਸੀਂ ਸਲੀਮੇ ਹੰਜ ਤੋਂ ਨਾ ਜਿਹੜਾ ਰੁੜ ਕੇ ਇੱਥੇ ਆਏ ਹੋ ਇਹ ਮੈਨੇ ਚੱਕ ਦੇ ਕੋਲੇ ਇਹ ਉਸ ਅਸੀਂ ਰਕਬੇ 'ਚ ਉਸ ਜਗ੍ਹਾ ਤੇ ਮੌਜੂਦ ਆ। ਸਾਡੇ ਦਾਦੇ ਪੜਦਾਦੇ ਜੀ ਵੇਖਣ ਸੁਣਨ ਵਾਲੇ ਵਾਸਤੇ ਕਿ ਢਾਊ ਜਿਹੜਾ ਹੈ ਨਾ ਢਾਊ ਇਹ ਜਿਸਲੇ ਸਲੀਮੇ ਹੰਜ ਤੋਂ ਬਰਤਾਨੀਆ ਦੇ ਦੌਰ 'ਚ ਰੁੜ ਕੇ ਆਏ ਨੇ ਤੇ ਉਸ ਜਗ੍ਹਾ ਤੇ ਮੌਜੂਦ ਆ ਤਾਰੀਖੀ ਜਗ੍ਹਾ ਤੇ ਕਿੱਥੇ ਹੋਣ ਬਾਅਦ ਨੇ ਉਹ ਵੀ ਤੁਹਾਨੂੰ ਜਗ੍ਹਾ ਦੱਸਾਂਗੇ। ਅੱਛਾ ਬਜ਼ੁਰਗੋ ਇਹ ਦੱਸੋ ਜਿਹੜਾ ਢਾਊ ਪੱਤੀ ਹੈ ਇਹ ਢਾਊ ਕੋਈ ਕੌਮ ਹੈ ਕੋਈ ਗੋਤ ਹੈ ਇਹਦੀ ਕੀ ਗੱਲਬਾਤ ਹੈ? ਜੀ ਢਾਊ ਗੁੱਜਰ ਬਰਾਦਰੀ ਹੈ। ਗੁੱਜਰ ਬਰਾਦਰੀ ਆਲੇ ਮਤਲਬ ਢਾਊ ਬਣੀ ਜੀ ਇਹ ਵੱਲ ਆਲਮ ਪਤਾ ਨਹੀਂ ਕਿੱਥੋਂ ਉਸ ਵਕਤ ਡੇਰੇ ਹੁੰਦੇ ਇਹ ਇੱਕ ਡੇਰਾ ਇਹਨਾਂ ਦਾ ਇੱਕ ਡੇਰਾ ਪਸਵਾਲ ਜਿਹੜੇ ਕਾਲੀੂ ਆਏ ਕਾਲੇ ਗੁਜਰਾਂ ਤੋਂ ਆਏ ਜੀ ਉਹਨਾਂ ਪੱਤੀ ਇੱਕ ਨੰਬਰਦਾਰ ਪਸਵਾਲ ਦਾ ਬਣਾ ਛੜਿਆ ਇੱਕ ਪਸਵਾਲ ਮਤਲਬ ਆਪਣਾ ਢਾਊ ਪੱਤੀ ਦਾ ਨੰਬਰਦਾਰ ਬਣਾ ਛੜਿਆ। ਅੱਛਾ ਦੋ ਨੰਬਰਦਾਰ ਤੁਸੀਂ ਢਾਊ ਵਾਲੀ ਜਿਹੜੀ ਪੱਤੀ ਹੈ ਉਹਦੇ ਵਿੱਚੋਂ ਤੁਸੀਂ ਚੱਲਣਾ ਪਸਵਾਲਾਂ ਵਿੱਚੋਂ। ਲੋ ਜੀ ਇਹ ਵੀ ਸਾਡੀ ਮਾਲੂਮਾਤ ਹੈ। ਮਾਸਟਰ ਜੀ ਦੱਸੋ ਤੁਹਾਡੇ ਵਡੇਰੇ ਕਿੱਥੋਂ ਆਏ ਨੇ? ਸਾਡੇ ਵਡਕੇ ਜਿਹੜੇ ਨੇ ਨਾ ਅਸਲ ਮਤਲਬ ਸਾਡਾ ਪਿੰਡ
ਸਾਡਾ ਵਟਕਾ ਜਿਕਣ ਦੀ ਅਸੀਂ ਸੁਣੀ ਇਹ ਗੱਲ ਹਾਂ। ਇਹ ਸਬੋਰੋਂ ਉੱਠ ਕੇ ਆਇਆ, ਹਾਂ ਇੱਥੇ ਆ ਕੇ ਬਾਅਦ ਹੋਇਆ, ਅੱਗੋਂ ਉਹ ਫਿਰ ਆਹ ਕੱਲਾ ਹਾਂ ਉਹਨੇ ਫਿਰ ਆਪਣੀਆਂ ਬਾਹਾਂ ਬਣਾਉਣ ਵਾਸਤੇ ਇਹਨਾਂ ਦੇ ਨੰਬਰਦਾਰ ਸਾਹਿਬ ਦੇ ਵਟਕੇ ਜਿਹੜੇ ਨੇ ਪਸਵਾਲ ਹਾਂ ਉਹ ਆਏ ਕਾਲਿਆ ਗੁਜਰਾਂ ਦੀ ਪਤਾ ਨਹੀਂ ਕੋਈ ਰਿਸ਼ਤੇਦਾਰੀ ਹੋਣੀ ਹੈ ਜਾਂ ਉਂਝ ਹਾਂ। ਉਸ ਵੇਲੇ ਬਾਹਾਂ ਜੇ ਜ਼ਰੂਰੀਆਂ ਹੀ ਆ ਹਾਂ ਮਤਲਬ ਨਵੀਂ ਆਬਾਦੀ ਹੈ ਜੀ, ਕੋਲੇ ਜੀ। ਮਤਲਬ ਸਲੇਮਾ ਅੰਜ ਸਾਰੇ ਪੁਰਾਣੇ ਪਿੰਡ ਹੈ। ਸਹੀ ਫਿਰ ਉਹਨੇ ਆਪਣੇ ਮਤਲਬ ਤਾਕਤ ਵਧਾਉਣ ਵਾਸਤੇ ਹਾਂ ਜਿੰਨੀ ਕੋ ਮੈਨੂੰ ਪਤਾ ਹੈ ਆ ਇਹਨਾਂ ਦਾ ਵਟਕਾ ਪਸਵਾਲਾਂ ਦਾ ਕਾਲਾ ਗੁਜਰਾਤੀ ਆਇਆ, ਹਾਂ। ਉਹ ਫਿਰ ਹੋ ਗਏ 2 ਕਾਰ। 2 ਕਾਰ ਹੋ ਗਏ। ਅੱਛਾ ਇੱਕ ਪਸਵਾਲ ਮਤਲਬ ਜੇ ਪਹਿਲਾ ਰਕਬਾ ਜਿਹੜਾ ਹੈ ਨਾ ਉਹ ਜੀ, ਸਾਡੇ ਵਟਕੇ ਦੇ ਅੰਡਰ ਆ। ਹਾਂ ਹਾਂ ਉਹਨੇ ਫਿਰ ਅੱਧਾ ਰਕਬਾ ਇਹਨਾਂ ਨੂੰ ਪਸਵਾਲਾਂ ਨੂੰ ਦੇ ਛੜਿਆ ਹਾਂ। ਬਰਾਦਰਾਨਾ ਤੌਰ ਤੇ ਹਾਂ ਬਰਾਦਰਾਂ ਮਸਾਵਾਤ ਜੀ ਠੀਕ ਹੈ ਠੀਕ ਹੈ ਕਿ ਠੀਕ ਨਹੀਂ? ਹੈ ਭਾਈ ਬੰਦੀ ਨਾਲ ਭਾਈ ਬੰਦੀ ਨਾਲ ਠੀਕ ਹੈ। ਉਹ ਫਿਰ 2 ਪੱਤੀਆਂ ਹੋ ਗਈਆਂ, ਇੱਕ ਇਹਨਾਂ ਦੀ ਪਸਵਾਲਾਂ ਦੀ ਹੋ ਗਈ, ਹਾਂ। ਇੱਕ ਢਵਾਂ ਦੀ ਹੋ ਗਈ। ਇੱਕ ਢੋਵਾਂ ਦੀ ਹੋ ਗਈ ਤੇ ਮੈਂ ਮਾਸਟਰ ਜੀ ਹੁਣ ਬਜ਼ੁਰਗੋ ਜਾਨਣਾ ਚਾਹਨਾ ਜਿੱਥੇ ਮੌਜੂਦ ਹਾਂ ਇਹ ਉਹ ਬੜੀ ਤਰੀਹੀ ਜਗ੍ਹਾ ਹੈ। ਇਸ ਵੇਲੇ ਇਹਦੇ ਨਾਲ ਭਿੰਬਰ ਨਾਲ ਹੈ, ਆਜ਼ਾਦ ਕਸ਼ਮੀਰ ਤੋਂ ਆਉਂਦਾ ਹੈ, ਉਹ ਪਾਣੀ ਕਦੇ ਆਉਂਦਾ ਕਦੇ ਨਹੀਂ ਆਉਂਦਾ। ਇੱਥੇ ਖਲੋਤੇ ਹੋ ਇਹਦੇ ਕੋਈ ਨਿਸ਼ਾਨਦੇਹੀ ਕਰੋ, ਇੱਥੇ ਕੀ ਹੁੰਦਾ ਸੀ ਇੱਥੇ ਇੱਥੇ ਇਹ ਜਿੱਥੇ ਅਸੀਂ ਖਲੋਤੇ ਆ ਹਾਂ ਇਧਰ ਜਰੂਰ ਸਾਡੇ ਸਾਡੀਆਂ ਨਹੀਂ ਆਈਆਂ ਨੇ। ਅੱਛਾ ਇਹ ਸਾਡੇ ਸਾਡੀਆਂ ਨਹੀਂ ਆਈਆਂ ਹੋਈਆਂ, ਇਹ ਸਾਡੇ ਸਾਡੀਆਂ ਨਹੀਂ ਆਈਆਂ ਹਾਂ। ਹੋਈਆਂ। ਸਾਡਾ ਵਗਦਾ ਰਕਬਾ ਵਗਦਾ ਰਕਬਾ ਹਾਂ ਵਗਦਾ ਰਕਬਾ ਅੱਛਾ ਤੇ ਇੱਥੇ ਤੁਸੀਂ ਪਿੰਡ ਮੈਨੂੰ ਜਿਹੜਾ ਪਿੰਡ ਤੁਹਾਡਾ ਮਤਲਬ ਕਿੰਨੀ ਜਗ੍ਹਾ ਤੇ ਆ? ਇਹ ਸਾਡਾ ਰਕਬਾ ਜਿਹੜਾ ਸਾਡਾ ਰਕਬਾ 22 ਕਰਾਂ ਯਾਰ ਮੱਲੇ ਸਾਡਾ ਪਿੰਡ ਆ। ਬਾਈਕ ਨਾਲ 11 ਮਰਲੇ ਜੀ ਕੀ ਬਾਤ ਹੈ ਸੋਹਣੀ ਗੱਲ ਤੇ ਤੁਸੀਂ ਮੈਨੂੰ ਕੋਈ ਮਸਜਿਦ ਦੱਸਦੇ ਪਏ ਸੋ ਇਹ ਕੋਈ ਮਸਜਿਦ ਸਾਹਮਣੇ ਜਾ ਇਹ ਮਸਜਿਦ ਹੈ ਇਹ ਇਹਦੀ ਪੁਰਾਣੀ ਨਿਸ਼ਾਨੀ ਹੈ ਇਹ ਇੱਥੇ ਮਸਜਿਦ ਹੀ ਅੱਛਾ 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 ਤੇ ਇਸ ਵੇਲੇ ਅਸੀਂ ਨਾ ਪੁਰਾਣਾ ਜਿਹੜਾ ਹੈ ਨਾ ਕਹਿ ਲੋ ਢਾਊ ਜਿਹੜਾ ਨਾ ਸਲੀਮੇ ਹੰਜ ਤੋਂ ਨਾ ਰੁੜ ਕੇ ਆਏ ਨੇ ਉਸ ਜਗ੍ਹਾ ਨੂੰ ਵਹਾਨੇ ਪਏ ਆ ਤੇ ਨਾਲ ਜਿਹੜਾ ਨਾ ਮਿਆਣਾ ਚੱਕ ਕੇ ਤੇ ਇਹਦੇ ਪਰਲੇ ਪਾਸੇ ਬਾਹਰ ਵਾਲੇ ਬਜ਼ੁਰਗੋ ਇੱਥੇ ਮਸਜਿਦ ਹੀ ਹੈ ਤੁਸੀਂ ਜਗ੍ਹਾ ਦੱਸੀ ਹੈ ਇਹ ਮਸਜਿਦ ਹੀ ਇਹ ਮਸਜਿਦ ਦੀ ਕੀ ਬਾਤ ਹੈ। 4 ਦੀਵਾਰੀ ਦੀ ਮੁਕੰਮਲ ਬਣੀ ਹੈ 4 ਦੀਵਾਰੀ। 4 ਦੀਵਾਰੀ ਇਹਦੀ ਵਿੱਚ ਨਜ਼ਰ ਆਉਂਦੀ ਵੀ ਹੈ ਆਓ ਜੀ ਵਹਾਨੇ ਆ ਜੀ ਤੁਹਾਨੂੰ ਵੇਖਣ ਸੁਣਨ ਵਾਲੇ ਵਾਸਤੇ ਕਿ 4 ਦੀਵਾਰੀ ਢਾਊ ਜਿਹੜਾ ਹੈ ਜਿਸ ਵੇਲੇ ਸਲੀਮੇ ਹੰਜ ਤੋਂ ਰੁੜ ਕੇ ਸ਼ਿਫਟ ਹੋ ਕੇ ਨਾ ਬਰਤਾਨੀਆ ਦੇ ਦੌਰ ਚ ਆਏ ਨੇ ਤੇ ਬਾਬਾ ਜੀ ਜਿਹੜੇ ਨੇ ਨਾ ਚੌਧਰੀ ਅਸ਼ਰ ਨੰਬਰਦਾਰ ਸਾਹਿਬ ਦੱਸਦੇ ਪਏ ਨੇ ਕਿ ਉਹਦੀਆਂ ਜਿਹੜੀਆਂ ਨੇ ਨਾ ਜੇ ਨਾ ਉਹਦੀਆਂ ਕੰਧਾਂ ਕੋਈ ਨਿਸ਼ਾਨੀ ਜਿਹੜੀ ਪੁਰਾਣੀ ਨਾ ਇਹ ਮਸਜਿਦ ਦੀ ਇਹ ਮਸਜਿਦ ਦੀ ਹੈ ਜੀ ਇਹ ਬੜੀ ਸਿੱਧੀ 4 ਇਹ ਦੀਵਾਰੀ। ਪਿੰਡ ਦੇ ਲਹਿੰਦੇ ਵਾਲੇ ਪਾਸੇ ਇਹੀ ਇਹ ਪਿੰਡ ਦੇ ਮਾਸਟਰ ਜੀ ਦੱਸੇ ਪਿੰਡ ਦੇ ਨਾਲ ਬਿਲਕੁਲ ਲਹਿੰਦੇ ਵਾਲੀ ਸਾਈਡ ਤੇ। ਲਹਿੰਦੇ ਵਾਲੇ ਪਾਸੇ ਬਾਕੀ ਪਿੰਡ ਜਿਹੜਾ ਨਾ ਉਹ ਅਸੀਂ ਚੜਦੇ ਆ ਕੁਝ ਅੱਛਾ ਯਾਨੀ ਕਿ ਇੰਜ ਕੋਈ ਵੀ ਹੈ ਕਿ ਇਸ ਪਾਸੇ ਜਿਹੜਾ ਬਾਹਰ ਵਾਲੇ ਕਸ਼ਮੀਰ ਇਹ ਮਤਲਬ ਹੈ ਮੈਂਡ ਚੱਕ ਦਾ ਰਕਬਾ ਹੈ। ਇਹ ਮੈਨੇ ਚੱਕਦਾ ਮਤਲਬ ਇਹ ਜਿਹੜਾ ਨਾ ਰਕਬਾ ਇਹ ਮੈਂਡ ਚੱਕ ਦਾ ਢਾਊ ਇੱਥੇ ਆ ਜਾਂਦਾ ਹੈ। ਅੱਛਾ ਅੱਛਾ ਇੱਥੇ ਇਹ ਜਿਹੜੀ ਸੜਕ ਜਾਂਦੀ ਹੈ ਨਾ ਹਾਂ। ਇਸ ਦੀ ਪਰਾ ਮੈਣਾ ਚੱਕ ਕੇ ਹਾਂ। ਇਸ ਤੇ ਢਾਊ ਹੈ। ਜੀ ਜੀ ਵੇਖੋ ਸੁਣਨ ਵਾਲੇ ਜੀ ਅਸੀਂ ਇਸ ਲਈ ਗੱਲ ਕਰ ਰਹੇ ਹਾਂ ਜਿਹੜੇ ਸਲੀਮੇ ਹੰਜ ਤੋਂ ਨਾ ਰੁੜ ਕੇ ਇੱਥੇ ਆਏ ਨੇ ਮਿਆਣੇ ਚੱਕ ਦੇ ਕੋਲੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਦੱਸਾਂਗੇ ਕਿ ਹੁਣ ਕਿੱਥੇ ਢਾਊ ਜਿਹੜਾ ਨਾ ਆਬਾਦ ਹੈ ਇਹ ਲੋਕ ਆਬਾਦ ਨੇ ਚੌਧਰੀ ਅਸ਼ਰ ਨੰਬਰਦਾਰ ਸਾਹਿਬ ਮਾਸਟਰ ਇਕਬਾਲ ਸਾਹਿਬ ਅੱਛਾ ਉਸਲੇ ਕਿੰਨੇ ਘਰ ਇੱਥੇ ਹੁੰਦੇ ਸਨ ਜੀ ਸਾਡੇ 60 ਘਰ ਇੱਥੇ 60 ਘਰ ਉੱਥੇ ਜਾ 60 ਘਰ ਉੱਥੇ ਜਾ। ਤੇ ਕਿਹਦੇ ਕੋਲੇ ਰਕਬਾ ਜ਼ਿਆਦਾ ਸੀ ਉਸ ਵੇਲੇ ਹਾਂ ਰਕਬਾ ਜ਼ਿਆਦਾ ਹਾਂ। ਇੱਥੇ ਤਕਰੀਬਨ ਪੂਰੇ ਮਤਲਬ ਮਕਾਨ ਇਹ ਹਾਂ ਤੇ 20-22 ਏਕੜਾਂ 'ਚ ਕਿੰਨੇ ਕੁ ਮਕਾਨ ਹੋ ਸਕਦੇ ਨੇ। ਅੱਛਾ ਉਹ ਅੱਛਾ ਸਮਝ ਆ ਗਈ ਜੀ। ਜੀ ਜੀ ਸਭ ਤੋਂ ਜ਼ਿਆਦਾ ਮਤਲਬ ਕਨਾਲ ਦੇ ਰਕਬਾ ਜੈਸੀ ਇਕਬਾਲ ਦੇ ਬਾਪ ਕੋਲ ਸੀ ਅੱਛਾ ਜਾਂ ਇੱਕ ਅਬਦੁੱਲਾ ਬੁਰਸ਼ੀ ਕੋਲ ਸੀ ਅੱਛਾ ਮਕਾਨ ਵਾਲੀ ਜਗ੍ਹਾ ਜਿਹੜੀ ਅਤਾਲਾਈ ਕੋਲੇ ਅੱਛਾ ਅੱਛਾ ਇੱਕ ਅੱਛਾ ਇੱਕ ਕਨਾਲ ਰਕਬਾ ਸੀ ਨਾ ਕੋਲ। ਜੀ 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 ਬੜੀ ਅੱਛਾ ਤੇ ਬਜ਼ੁਰਗੋ ਇਹ ਦੱਸੋ ਮਾਸੀ ਤੁਸੀਂ ਜਿਹੜੀ ਤੁਹਾਨੂੰ ਗੱਲ ਕੋਈ ਯਾਦ ਹੈ ਕੋਈ ਮਸਜਿਦ ਤੇ ਤੁਸੀਂ ਮੈਨੂੰ ਦੱਸੀ ਹੈ ਕੋਈ ਦਾਰਾ ਵੀ ਹੁੰਦਾ ਹਾਂ ਦਾਰਾ ਇਹਦੇ ਨਾਲ ਹੁੰਦਾ ਪਰਲੇ ਪਾਸੇ ਦਾਰਾ ਹੁੰਦਾ ਜਾਂ 2 ਕਮਰੇ ਹੁੰਦੇ ਸਨ। ਦੋ ਕਮਰੇ ਹੁੰਦੇ ਤੁਸੀਂ ਤੱਕੇ ਨੇ ਜਾਂ ਮੈਂ ਵੇਖੇ ਨੇ। ਮਾਸੀ ਜੀ ਬੜੀ ਗੱਲ ਉਹ ਹੈ ਤੱਕੇ ਨੇ ਵਿੱਚ ਬੋਰਡ ਆ ਸਾਡਾ ਬੋਰਡ ਹੁੰਦਾ ਅੱਛਾ ਕੋਈ ਸਕੂਲ ਵੀ ਹੁੰਦਾ ਹਾਂ ਤੁਹਾਡਾ ਉਸ ਨਹੀਂ ਵੇਲੇ ਸਕੂਲ ਕੋ ਨਹੀਂ ਆ ਸਾਡੇ ਪਿੰਡ ਕਿੱਥੇ ਪੜ੍ਹਦੇ ਹੋ ਇਹਦਾ ਨਾਲ ਮੈਨ ਚੱਕ ਮੈਨੇ ਜਗ ਪੜ੍ਹਦੇ ਹੋ ਇੱਥੇ ਬੱਚਿਆਂ ਦਾ ਵੀ ਸਕੂਲ ਆ ਬੱਚਿਆਂ ਦਾ ਵੀ ਪ੍ਰਾਇਮਰੀ ਸਕੂਲ। ਕਿਹੜੀ ਜਮਾਤ ਮਾਸੀ ਤੁਸੀਂ ਪੜ੍ਹਦੇ ਹੋ ਜਦੋਂ ਅਸੀਂ ਰੁੜੇ ਆ ਨਾ ਹਾਂ। ਉਦੋਂ ਮੈਂ ਦੂਸਰੀ ਪੜਦਾ। ਦੋਸੀ ਤੇ ਤੁਸੀਂ ਜੀ ਬਜ਼ੁਰਗ ਮੈਂ ਉਸ ਵਕਤ ਲਾਲੇ ਮੁਸੇ ਪੜਦਾ ਹਾਂ ਸਨ 67 ਦੇ ਵਿੱਚ ਇਥੋਂ ਮੈਂ ਪ੍ਰਾਇਮਰੀ ਪਾਸ ਕਰਕੇ ਜਾ ਕੇ ਲਾਲੇ ਮੁਸੇ ਦਾਖਲ ਹੋਇਆ। ਤੁਸੀਂ ਲਾਲੇ ਮੁਸੇ ਜਾ ਕੇ ਦਾਖਲ ਹੋਏ ਕਿੰਨੀਆਂ 7ਵੀਂ ਵਿੱਚ 7ਵੀਂ ਹੋਵੋਦੇ ਨਾ 69 7ਵੀਂ ਵਿੱਚ ਚ ਸਨ 67 ਦੇ ਵਿੱਚ ਨਹੀਂ 69 ਵਿੱਚ 7ਵੀਂ ਹੋਵੋਦੇ ਨਾ ਮੈਂ 69 ਦੇ ਵਿੱਚ 8ਵੀਂ 9ਵੀਂ ਦਾ ਤਾਲਿਬ ਇਲਮ ਹਾਂ। 8ਵੀਂ ਅੱਛਾ ਦੇ ਅੱਛਾ ਅੱਛਾ ਉਸ ਲਈ ਵਡੇਰਿਆਂ ਦਾ ਕੋਈ ਨਾਂ ਦੱਸੋ ਕੋਈ ਖਾਸ ਗੱਲਬਾਤ ਕੋਈ ਪਿੰਡ 'ਚ ਐਸੀ ਗੱਲ ਹੋਈ ਹੋਵੇ ਜੀ ਉਸ ਵਕਤ ਬਤੇ ਜਿਸ ਵਕਤ ਰੋੜਿਆ ਪਿੰਡ ਉਸ ਵਕਤ ਬਤੇ ਆਲੇ ਦੋ ਟੀਮਾਂ ਆਈਆਂ ਹੋਈਆਂ ਹਾਂ ਉਹਨਾਂ ਕਿਹਾ ਤੁਸੀਂ ਕਿੱਥੇ ਆਬਾਦ ਹੋਣਾ ਚਾਹੁੰਦੇ ਹੋ। ਅੱਛਾ ਗਵਰਨਮੈਂਟ ਨੇ ਤੁਹਾਨੂੰ ਆਖਿਆ ਗਵਰਨਮੈਂਟ ਨੇ ਕਿਹਾ ਤੁਸੀਂ ਕਿੱਥੇ ਆਬਾਦ ਹਾਂ। ਹੋਣਾ ਉਹ ਸਾਨੂੰ ਲਿਆਉਂਦੇ ਹੈ ਜਿੱਥੇ ਜੰਗਲ ਜਿਹੜਾ ਤੁਹਾਡਾ ਬਾਹਰ ਹੁੰਦਾ ਏਰੀਆ ਵਿੱਚ ਅੱਛਾ ਇੱਥੇ ਲਿਆਉਂਦੇ ਜੀ ਅੱਗੇ ਲਿਆਉਂਦੇ ਹਾਂ ਅੱਗੋਂ ਸਾਡੇ ਬਜ਼ੁਰਗਾਂ ਨੇ ਕਿਹਾ ਕਿ ਅੱਗੇ ਰੋੜਿਆ ਤਾਂ ਫਿਰ ਰੋੜਾਂਗੇ ਬਜ਼ੁਰਗਾਂ ਦੇ ਨਾਂ ਤੇ ਦੱਸਿਓ ਬਜ਼ੁਰਗ ਜੀ ਸਭ ਦੀ ਵੱਡੇ ਬਜ਼ੁਰਗ ਨੇ ਮੁਨਸ਼ੀ ਅਬਦੁੱਲਾ ਹਾਂ। ਵਦ ਬੁੱਢੇ ਹਾਂ ਗੁਲਾਮਦੀਨ ਹਾਂ ਉਸ ਤੋਂ ਬਾਅਦ ਬਾਬਾ ਲਾਲ ਵਦ ਬੁੱਢੇ ਹਾਂ ਹਾਂ ਉਸ ਤੋਂ ਬਾਅਦ ਚੌਧਰੀ ਮੁਹੰਮਦ ਸਾਬਦਾਦ ਸਾਹਿਬਜ਼ਾਦ ਅੱਛਾ ਇਹ ਮੇਰੇ ਅੱਛਾ ਵੱਡੇ ਬਦੇ ਇੱਕ ਜੀ। ਮੁਹੰਮਦ ਅਲੀ ਬੋਕਣ ਹਾਂ। ਵਦ ਅਲਾਦਾਦ
ਅੱਛਾ 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 ਤੇ ਤੁਹਾਡੇ ਇੱਥੇ ਤੁਹਾਡੀਆਂ ਬਰਾਦਰੀ ਤੋਂ ਇਲਾਵਾ ਕੋਈ ਦੂਜੀ ਬਰਾਦਰੀ ਦਾ ਜੀ ਵੀ ਰਹਿੰਦਾ ਹੈ, ਕੋਈ ਕੰਮੀ ਵੀ ਰਹਿੰਦੇ ਹੈ, ਕੋਈ ਹੋਰ? ਮੇਰੇ ਨਾਲ ਤੇ ਸਾਡੇ ਨਾਲ ਕੋਈ ਬੋਕਣ ਬਰਾਦਰੀ ਰਹਿੰਦੀ ਸੀ, ਬੋਕਨ ਉਹ ਬਰਾਦਰੀ ਤੇ ਜ਼ਿਮੀਂਦਾਰ ਹੈ ਨਾ। ਜ਼ਿਮੀਂਦਾਰ ਚੌਹਾਨ ਹੈ। ਬਰਾਦਰੀ ਰਹਿੰਦੀ ਸੀ, ਹਾਂ। ਉਸ ਤੋਂ ਬਾਅਦ ਚੌਹਾਨ ਬਰਾਦਰੀ ਰਹਿੰਦੀ, ਮੋਚੀ ਰਹਿੰਦੇ ਸੀ, ਹਾਂ। ਉਸ ਤੋਂ ਬਾਅਦ ਲੁਹਾਰ ਹੈ, ਹਾਂ। ਉਸ ਤੋਂ ਬਾਅਦ ਨਾਈ ਹੈ, ਉਸ ਤੋਂ ਬਾਅਦ ਕਾਸਬੀ ਹੈ, ਉਸ ਤੋਂ ਬਾਅਦ ਤੇਲੀ ਹੈ। ਹੋਰ ਦੱਸੋ। ਮਾਸ਼ਾਅੱਲਾ ਬੱਟਾਂ ਦੇ ਵੀ ਘਰ, ਕਸ਼ਮੀਰੀਆਂ ਦੇ ਵੀ ਬੱਟਾਂ ਦੇ ਘਰ ਵੀ ਹੈ ਇਹ। ਕਸ਼ਮੀਰੀਆਂ ਦੇ ਅੱਛਾ 6-7 ਘਰ ਅੱਛਾ ਹੈ। ਉਹ ਇਹੜੇ ਹੁਣ ਇਹ ਦੱਸੇ ਜੇ ਸਾਰੀਆਂ ਬਰਾਦਰੀਆਂ ਹੁਣ ਉਹ ਉਸ ਜਗ੍ਹਾ ਤੇ ਹੈ ਨੇ, ਉਸ ਰਕਬੇ ਤੇ ਹੈ ਨੇ। ਅੱਛਾ ਇਹ ਦੱਸੋ ਵੀ ਨੰਬਰਦਾਰ ਸਾਹਿਬ ਇੱਧਰ ਜੰਗਲ ਬੜੇ ਹੈ ਜੀ ਜੰਗਲ ਬੜੇ ਹੈ 1950 ਦੇ ਅੱਗੇ ਪਿੱਛੇ ਗਵਰਨਮੈਂਟ ਨੇ ਲਾਏ ਨੇ ਤੇ ਕਿਉਂ ਨਾ ਜਿਹੜਾ ਨਾ ਉਹਦੀ ਵੀ ਗੱਲਬਾਤ ਕਰੀਏ। ਗੁਰਦਾਰ ਸ਼ੇਖ ਸਨ 1947 ਦੇ ਵਿੱਚ ਪਾਕਿਸਤਾਨ ਬਣਿਆ ਸੀ। ਹਾਂ ਸਨ 1949 ਚ ਜੰਗਲ ਲੱਗਾ ਸੀ ਗੁਲਾਨਾ ਟੂ ਗੁਜਰਾਤ। ਬੁਲਾਣੇ ਤੋਂ ਗੁਜਰਾਤ ਅੱਛਾ ਅੱਛਾ ਜੰਗਲ ਲੱਗੇ 10 ਸਾਲ ਵਾਸਤੇ। ਹਾਂ ਸ਼ਾਮਲਾਤ ਐਨ ਮਿਲਕੀਅਤ ਤੋਂ ਲਿਖ ਕੇ ਦਿੱਤੀ, ਉਹਦੇ ਠੀਕ ਰਿਕਾਰਡ ਕਰਵਾਏ। ਅਸੀਂ ਇਹ ਮਸਜਿਦ ਵਾਲੀ ਜਗ੍ਹਾ ਢੋ ਦੀ ਪੁਰਾਣੀ ਅੰਜ ਸਲੀਮੇ ਤੋਂ ਆਇਓ ਜਿੱਥੇ ਅਸੀਂ ਉੱਥੇ ਖਲੋਤੇ ਆ, ਬੜੀ ਤਰੀ ਹੀ ਜਿਹੜੀ ਹੈ ਨਾ ਜਗ੍ਹਾ ਮਤਲਬ 57 ਸਾਲ ਪਹਿਲਾਂ 58 ਸਾਲ। ਅੱਛਾ ਤੁਸੀਂ ਜੰਗਲ ਦੀ ਗੱਲ ਪੇ ਕਰ ਦੋ, ਕਿਹੜੇ ਕਿਹੜੇ ਮਤਲਬ ਚੇਚੀਆਂ ਬਾਰਵਾਲ ਅੰਜ ਸਭ ਤੋਂ ਪਹਿਲਾਂ ਜੰਗਲਾਂ ਦਾ ਸੀ ਗੁਲਿਆਣਾ, ਗੁਲਿਆਣਾ ਉਸ ਤੋਂ ਬਾਅਦ ਚੇਚੀਆਂ, ਚੇਚੀਆਂ ਚੇਚੀਆਂ ਦੇ ਬਾਅਦ ਵਟੋੜ, ਜੀ ਵਟੋੜ ਦੀ ਬਾਅਦ ਢੋ, ਢੋ ਢੋ ਦੀ ਬਾਅਦ ਅੰਜ, ਅੰਜ ਅੰਜ ਦੀ ਬਾਅਦ ਅੱਗੇ ਕਮਲਾ ਆ ਜਾਂਦਾ ਸੀ। ਅੱਛਾ 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 ਅੱਗੇ ਨਾਲ ਕਾਜ਼ੀਆਂ ਆ ਜਾਂਦੀਆਂ। ਅੱਛਾ ਅੱਛਾ ਤੋੜ ਅਗਲਾ ਲਾਲੇ ਬਸੇ ਤੱਕ। ਅੱਛਾ ਅੱਛਾ ਸਮਝ ਆ ਗਈ। ਇਹ ਫਿਰ ਵੱਡੇ ਕਦੋਂ ਨੇ ਖਤਮ ਇਹ ਕਦੋਂ? ਖਤਮ ਜੰਗਲ ਜਾ ਕੇ ਨੇ ਸਾਨੂੰ 69 20 ਸਾਲਾਂ ਬਾਅਦ। 20 ਸਾਲਾਂ ਬਾਅਦ ਕਿਉਂ ਵੱਡੇ ਨੇ? ਜੀ ਗਵਰਨਮੈਂਟ ਨੇ ਸਾਡਾ ਟੰਡੋਰ ਪੂਰਾ ਹੋ ਗਿਆ, ਗਵਰਨਮੈਂਟ ਨੇ ਆਪਣਾ ਜੰਗਲ ਵੇਚ ਲਓ। ਸਾਡੀ ਮਲਕੀਅਤ ਹੋ ਗਿਆ ਨੇ ਜੰਗਲ। ਅੱਛਾ। ਉਹ ਫਿਰ ਸਾਨੂੰ ਜ਼ਰੂਰਤ ਪਈ ਆਸਾ ਮਤਲਬ ਮਸਜਿਦ ਬਣਾਣੀ ਸੀ। ਹਾਂ ਹਾਂ ਅਸੀਂ ਸਾਰੇ ਪਿੰਡ ਨੇ ਰਲ ਕੇ ਨਾ ਹਾਂ ਤੇ ਜੰਗਲ ਵੇਚ ਕੇ ਆਪਣੀ ਮਸਜਿਦ ਉੱਥੇ ਬਣਾ ਲਈ ਸ਼ਾਬਾਸ਼। 70 ਵਿੱਚ। ਹਾਂ ਬਾਕੀ ਪਿੰਡਾਂ ਨੇ ਜੂੰ ਉਹਨਾਂ ਦੀ ਮਤਲਬ ਇਹੀ ਮਲਕੀਅਤ ਹਾਂ ਰਕਬੇ ਦੇ ਲਿਹਾਜ਼ ਨਾਲ ਹਾਂ। ਵੇਚ ਕੇ ਪਤਾ ਨਹੀਂ ਸਾਂਝਾ ਵੇਚਿਆ ਨੇ ਜਾਂ ਵੱਖੋ ਵੱਖ ਵੇਚਿਆ, ਆਪਣੇ ਆਪਣੇ ਪੈਸੇ ਤਕਸੀਮ ਕਰ ਲਏ। ਉਹ ਜੰਗਲ ਵੇਖਿਆ। ਅੱਛਾ 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 ਮਾਸਟਰ ਜੀ ਅਸੀਂ ਇੱਥੇ ਪਹੁੰਚੇ ਆ ਬਰਤਾਨੀਆ ਦਾ ਦੌਰ 11 12 ਜਾਂ ਬਜ਼ੁਰਗਾਂ 34 ਦੱਸਿਆ 1934 ਇੱਥੇ ਕਿਹੜੀ ਸਾਲ ਚ ਸੋ ਬਜ਼ੁਰਗੋ? ਇੱਥੋਂ ਅਸੀਂ 1969 ਚ ਉੱਠੇ ਆ। ਇੱਥੋਂ ਉੱਠੇ ਹੋ ਫਿਰ 1969 ਤੋਂ ਬਾਅਦ ਤੁਸੀਂ ਹੁਣ ਬਾਹਰਵਾਲ ਦੇ ਰਕਬੇ ਵਿੱਚ ਉੱਥੇ ਆਬਾਦ ਹੋ। ਚਲੋ ਜੀ ਵੇਖਣ ਸੁਣਨ ਵਾਲਿਆਂ ਨੂੰ ਅਸੀਂ ਹੁਣ ਉੱਥੇ ਲੈ ਕੇ ਚੱਲਨੇ ਆ ਜਿੱਥੇ ਮੌਜੂਦਾ ਢਾਉ ਮਿਆਣਾ ਚੱਕ ਕੇ ਤੇ ਬਜ਼ੁਰਗ ਤੇ ਮਾਸਟਰ ਮੇਰੇ ਨਾਲ ਨੇ ਤੇ ਇਸ ਪਿੰਬਰ ਦੇ ਬਾਰੇ ਚ ਢਾਉ ਮਿਆਣਾ ਚੱਕ ਦੇ ਬਾਰੇ ਚ ਇਸ ਇਲਾਕੇ ਦੀ ਤਾਰੀਖ ਦੇ ਬਾਰੇ ਚ ਜਿੰਨੀਆਂ ਗੱਲਾਂ ਪੇ ਕਰਨੇ ਆ ਤੁਹਾਡੀ ਮਾਲੂਮਾਤ ਵਾਸਤੇ ਨੇ, ਚੰਗੀ ਲੱਗਣ ਤੇ ਸ਼ੇਅਰ ਜ਼ਰੂਰ